ਮਨ ਜਿਹੜਾ ਹੈ ਇਹ ਸੱਚ ਨਾਲ ਵਿਛੜ ਕੇ ਹੁਣ ਇਹ ਸ਼ਿਵ ਤੇ ਸ਼ਕਤੀ ਦੇ ਘਰ ਖੇਲਣ ਵਾਸਤੇ ਆਇਆ। ਜਿਉਂ ਇਹਨੂੰ ਭੁਆਲੀ ਦੇ ਕੇ ਛੱਡਿਆ, ਮਨ ਦੂਤਾਂ ਦੇ ਵਸ ਆ ਪਿਆ। ਇਹ ਤ੍ਰੈ ਗੁਣਾਂ ਨੂੰ ਇੱਥੇ ਗੁਰਬਾਣੀ ਵਿੱਚੋਂ ਸ਼ਕਤ ਕਹਿਤਾ, ਸ਼ਕਤੀ ਕਹਿ ਦਿੱਤਾ। ਜਿਹੜਾ ਨਾਮ ਦੇ ਉੱਪਰ ਸੁਖਮ ਕਰ ਦਿੱਤਾ ਉਹਨੂੰ ਸ਼ਿਵ ਕਹਿਤਾ। ਸ਼ਿਵ ਅੰਦਰ ਹੈ, ਸ਼ਕਤੀ ਬਾਹਰ ਹੈ। ਹੁਣ ਸ਼ਕਤੀ ਦਾ ਆਰੋਧ ਸ਼ੁਰੂ ਹੁੰਦਾ ਸਾਡੇ ਨੇਤਰਾਂ ਤੋਂ, ਇਹ ਤ੍ਰੈ ਗੁਣਾਂ ਦਾ। ਹੁਣ ਇੱਥੇ ਮਹਾਰਾਜ ਅੰਦਰ ਨੇ ਮਨ ਜਿਹੜਾ ਹੈ ਇਹ ਸ਼ਿਵ ਤੇ ਸ਼ਕਤੀ ਦੇ ਘਰ ਆਇਆ। ਇਹ ਸਾਰਾ ਸੰਸਾਰ ਦਾ ਖੇਲ ਜਿੱਥੇ ਵੀ ਆਪਾਂ ਦੇਖ ਰਹੇ ਹਾਂ ਸ਼ਿਵ ਸ਼ਕਤੀ ਦਾ ਚੱਲ ਰਿਹਾ। ਮਹਾਰਾਜ ਗੁਰਬਾਣੀ ਦੱਸਦੇ ਨੇ, ਜਦ ਦੇਖਾਂ ਤੇ ਰਵ ਰਹਿ ਸ਼ਿਵ ਸ਼ਕਤੀ ਕਾ ਮੇਲ, ਤ੍ਰੈ ਗੁਣ ਬੱਧੇ ਦਿਹੁਰੀ ਜੋ ਆਇਆ ਜਗ ਸੋ ਖੇਲ। ਇੱਥੇ ਜਿਉਂ ਹੀ ਇਹ ਸ਼ਿਵ ਸ਼ਕਤੀ ਦੇ ਘਰ ਵਿੱਚ ਆਇਆ ਹੈ, ਇਹ ਜਿਹੜੇ ਚਾਰ ਪਦਾਰਥ ਲੈ ਕੇ ਆਇਆ ਸੀ ਉਹ ਭੁੱਲ ਗਏ। ਜਿਸ ਮਹਾਰਾਜ ਅੰਦਰ ਨੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਇੱਕ ਵਸਾਰੇ ਤਾਂ ਪਿੜ ਹਾਰੇ, ਅੰਦਲੇ ਨਾਮ ਵਸਾਰਾ ਹੈ। ਇੱਥੇ ਇਹਦੇ ਉਸ ਨਾਮ ਨਾਲੋਂ ਜੋ ਨਿਰੰਕਾਰ ਦੇ ਮੁੱਖ ਵਿੱਚ ਉਚਾਰਨ ਕੀਤਾ ਸ਼ਬਦ ਸੀ, ਜੋ ਸਾਰਿਆਂ ਲਈ ਹੁਕਮ ਸੀ, ਜਿਹਨੂੰ ਮਹਾਰਾਜ ਗੁਰਬਾਣੀ ਦੱਸ ਰਹੇ ਨੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਸ ਨਾਮ ਨਾਲ ਲਿਵ ਟੁੱਟਣ ਤੋਂ ਬਾਅਦ ਇਹ ਤ੍ਰੈ ਗੁਣਾਂ ਵਿੱਚ ਆ ਗਏ। ਇਹ ਸ਼ਕਤੀ ਦੇ ਘਰ ਖੇਲਣ ਵਾਸਤੇ ਆ ਗਏ। ਇੱਥੇ ਆ ਕੇ ਉਹ ਰਸਤਾ ਘਰ ਨੂੰ ਜਾਣਦਾ, ਜਿੱਥੇ ਜਾ ਕੇ ਨਿਜ ਮਹਿਲ ਵਿੱਚ ਇਸ ਨੂੰ ਨਾਮ ਪ੍ਰਾਪਤ ਹੋਣਾ ਸੀ, ਉਹ ਰਸਤੇ ਭੁੱਲ ਗਏ। ਜਿਸ ਕਰਕੇ ਵਾਰ-ਵਾਰ ਇਹ ਬਾਜੀ ਹਾਰਨ ਲੱਗਾ ਸੰਸਾਰ ਵਿੱਚ ਆ ਕੇ। ਜਿਸ ਮਹਾਰਾਜ ਫਰਮਾ ਰਹੇ ਨੇ, ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਉਂ ਜਾਊਂ, ਜਾਏ ਪੁੱਛੋ ਬਧੂਆਂ, ਚੱਲੇ ਚੱਕਰ ਹੋਏ, ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ। ਹੁਣ ਇਹ ਜਿਹੜਾ ਨਾਮ ਨੂੰ ਭੁੱਲਣ ਕਰਕੇ ਇਹਦਾ ਆਉਣਾ ਜਾਣਾ ਬਣ ਗਿਆ। ਮਹਾਰਾਜ ਨੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਇੱਕ ਵਸਾਰੇ ਤਾਂ ਪਿੜਾ ਰੇ, ਅੰਦਲੇ ਨਾ ਵਸਾਰਾ। ਫਿਰ ਉਹਦੇ ਨੇ ਜਨਮ ਇਹਦਾ ਹੋ ਗਿਆ ਅਤੇ ਲੇਕਿਨ ਇਹ ਭੁੱਲ ਗਿਆ ਉਹ ਰਸਤਾ। ਉਹਦੇ ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਘਰ ਵਾਸ ਤਰੇ, ਲੱਗੀ ਭੂਖ ਮਾਇਆ ਮਗ ਜੋਹੇ, ਮੁਕਤ ਪਦਾਰਥ ਮੋਹੇ ਖਰੇ। ਜਦੋਂ ਇੱਥੇ ਆਇਆ, ਸੱਚ ਨਾਲੋਂ ਲਿਵ ਟੁੱਟ ਗਈ, ਨਾਮ ਨਾਲ ਲਿਵ ਟੁੱਟ ਗਈ, ਇਹਨੂੰ ਖੁਰਾਕ ਇਸ ਮਨ ਦੇ ਮਿਲਣੀ ਬੰਦ ਹੋ ਗਈ। ਹਰ ਰਸ ਬ੍ਰਹਮ ਰਸ ਜੋ ਆਤਮ ਰਸ ਸੀ ਉਹ ਇਸ ਨੂੰ ਮਿਲਣਾ ਬੰਦ ਹੋ ਗਿਆ। ਵਿਰਾਗ ਵਿੱਚ ਆਇਆ, ਆਪਦੇ ਮਾਲਕ ਦੀ ਆਵਾਜ਼ ਸੁਣ ਰਿਹਾ ਸੀ, ਜਕਦਮ ਵਿਛੋੜਾ ਪੈ ਗਿਆ ਅਤੇ ਵਿਰਾਗ ਕੀਤਾ। ਜਿਉਂ ਹੀ ਵਿਰਾਗ ਕੀਤਾ, ਮਾਤਾ ਨੇ ਦੁੱਧ ਦੇ ਦਿੱਤਾ। ਜਿਉਂ ਹੀ ਦੁੱਧ ਗਿਆ, ਮਨ ਦਾ ਜਿਹੜਾ ਸੀ ਖੁਰਾਕ ਭੁੱਲ ਗਿਆ, ਤਨ ਦੀ ਖੁਰਾਕ ਸ਼ੁਰੂ ਹੋ ਗਈ। ਇੱਥੇ ਹੁਣ ਇਹ ਜਿਹੜੇ ਪੰਜੇ ਦੂਤ ਸੀ, ਇਹਨਾਂ ਵਿੱਚੋਂ ਸਭ ਤੋਂ ਪਹਿਲੋਂ ਮੋਹ ਨੇ ਆਪਦਾ ਕੰਮ ਸੰਭਾਲ ਲਿਆ। ਜੋ ਇਹਨਾਂ ਦੀ ਡਿਊਟੀ ਸੀ ਸ਼ੁਰੂ ਹੋ ਗਈ, ਜਿਹਨੂੰ ਮਹਾਰਾਜ ਨੇ ਭਰਮ ਕੇ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਦੇਖਣ ਮੋਹ ਕੀ ਫਾਸ। ਐਸੇ ਅਵਸਥਾ ਵਿੱਚ ਇਹ ਫਿਰ ਇਹਦਾ ਦ੍ਰਿਸ਼ਮਾਨ ਨਾਲ ਜੁੜ ਗਿਆ। ਜਿਉਂ ਹੀ ਨਾਮ ਨਾਲੋਂ ਲਿਵ ਟੁੱਟੀ, ਸੱਚ ਤੋਂ ਦੂਰ ਚਲਾ ਗਿਆ, ਇਹ ਮਾਇਆ ਦੇ ਨਾਲ, ਦ੍ਰਿਸ਼ਮਾਨ ਦੇ ਨਾਲ ਇਸ ਮੋਹ ਨੇ ਇਸ ਨੂੰ ਜੋੜ ਦਿੱਤਾ ਹੈ। ਉਧਰੋਂ ਕਿਹੜੀ ਮਾਇਆ ਨੇ ਲਿਵ ਤੋੜੀ? ਇਹ ਤ੍ਰੈ ਗੁਣ ਮਾਇਆ ਨੇ। ਜਿਸ ਮਹਾਰਾਜ ਗੁਰਬਾਣੀ ਚੰਦ ਨੇ ਕਦੋਂ ਟੁੱਟੀ ਹੈ? ਮਾਤਾ ਦੇ ਗਰਭ ਵਿੱਚ ਜਿਉਂ ਹੀ ਇਸ ਨਾਲ ਇਸ ਨੂੰ ਪੰਜਾਂ ਤੱਤਾਂ ਨਾਲ ਜੋੜਿਆ ਗਿਆ। ਫਰਮਾ ਰਹੇ ਨੇ, ਜੈਸੀ ਅਗਨ ਉਧਰ ਮਾਹੇ, ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਨ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਪੱਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਇਹ ਮਾਇਆ, ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਜੋ ਸੱਚ ਤੋਂ ਦੂਸਰਾ ਰੂਪ ਉਸ ਦਾ ਮਾਇਆ ਪ੍ਰਗਟ ਹੋਈ ਸੀ, ਸੱਚ ਨਾਲ ਟੁੱਟ ਕੇ ਇਹ ਇਸ ਮਾਇਆ ਨਾਲ, ਦ੍ਰਿਸ਼ਮਾਨ ਨਾਲ ਜੁੜ ਗਿਆ। ਇਹ ਐਸੀ ਠਗੌਰੀ ਬਣੀ, ਐਸੀ ਇਹ ਠੱਗਣ ਵਾਲੀ ਬਣੀ ਕਿ ਇਸ ਨੇ ਇਹ ਸਾਰਿਆਂ ਦੇ ਮਨਾਂ ਨੂੰ ਠੱਗ ਲਿਆ। ਇਹਦੇ ਸੰਬੰਧ ਵਿੱਚ ਜਾਂਦੇ ਨੇ, ਨਾ ਤਾਂ ਇਹ ਸੁਣਦੀ ਹੈ, ਨਾ ਇਹ ਬੋਲਦੀ ਹੈ, ਅਤੇ ਨਾ ਹੀ ਦਿਸਦੀ, ਪਰ ਫਿਰ ਵੀ ਸਾਰਿਆਂ ਦੇ ਮਨਾਂ ਨੂੰ ਮਿੱਠੀ ਲੱਗਦੀ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸੇ ਨੇ ਆਪਾਂ ਨੂੰ, ਨਾ ਸੁਣੀਏ, ਨਾ ਮੁਖ ਤੇ ਬਾਕੀਏ, ਨਾ ਮੈਂ ਉਹ ਡਿੱਠੇ, ਐਸੀ ਠਗੌਰੀ ਲਾਏ ਭੁਲਾਇਓ, ਮਨ ਸਭ ਕੇ ਲਾਗੇ ਮਿੱਠੀ। ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹ ਲਿਆ। ਹੁਣ ਇਸ ਮਾਇਆ ਦੇ ਵਿੱਚ ਆਉਣ ਕਰਕੇ ਮਨ ਇਹਨਾਂ ਦੂਤਾਂ ਦੇ ਵੱਸ ਪੈ ਗਿਆ। ਇਸ ਇਲਾਕੇ ਦੇ ਵਿੱਚ ਹੁਣ ਆਉਣ ਕਰਕੇ ਕਾਲ ਨੇ ਹੁਕਮ ਦਿੱਤਾ ਆਪਦੇ ਦੂਤਾਂ ਨੂੰ, ਇਸ ਇਲਾਕੇ ਦੇ ਉਹਨੇ ਸਰਦਾਰ ਬਣਾਏ ਹੋਏ ਨੇ ਵੀ ਇਹ ਜਿਹੜੇ ਮਾਨਵੀ ਆਪਣੇ ਇਲਾਕੇ ਵਿੱਚ ਪ੍ਰਵੇਸ਼ ਹੋਏ ਨੇ, ਇਹਨਾਂ ਦੇ ਪਰਵਾਨੇ ਚੈੱਕ ਕਰੋ, ਇਹਨਾਂ ਦੇ ਕੋਲੋਂ ਸੰਦ ਚੈੱਕ ਕਰੋ, ਇਹਨਾਂ ਨੂੰ ਭੇਜਣ ਵਾਲਾ ਆਪਣੇ ਇਲਾਕੇ ਵਿੱਚ ਕੌਣ ਹੈ। ਜਿਉਂ ਹੀ ਇਹਨਾਂ ਦੇ ਪਰਵਾਨੇ ਚੈੱਕ ਹੋਣ ਲੱਗੇ,
ਇਹ ਜਿਉਂ ਪੁਆਲੀ ਦੇ ਕੇ ਨਾ ਛੱਡਿਆ, ਇਹ ਪਰਵਾਨੇ ਆਪਦੇ ਨਿਜ ਮਹਿਲ ਵਿੱਚ ਭੁੱਲ ਆਏ। ਇੱਥੇ ਜਦੋਂ ਆਏ ਇਹਨੂੰ ਚੋਰ ਸਮਝਿਆ ਗਿਆ। ਜਦੋਂ ਪਰਵਾਨੇ ਚੈੱਕ ਹੋਏ, ਸਿਰਫ ਇੱਕ ਗੁਰੂ ਕੋਲੋਂ ਪਰਵਾਨਾ ਮਿਲਿਆ, ਬਾਕੀ ਜਿਹੜੇ ਸੀ ਬਗੈਰ ਪਰਵਾਨੇ ਹੋਣ ਕਰਕੇ ਇਹਨਾਂ ਚੋਰ ਸਮਝਿਆ ਗਿਆ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਜਦੋਂ ਚੋਰ ਸਮਝਿਆ ਗਿਆ, ਇਹਨਾਂ ਸਾਰੇ ਸੰਸਾਰ ਨੂੰ ਕਾਲ ਨੇ ਆਪਦੇ ਵੱਸ ਕਰ ਲਿਆ। ਗੁਰਬਾਣੀ ਵਿੱਚ ਦੱਸ ਰਹੇ ਨੇ, ਸਭ ਜਗ ਬੰਧਿਓ ਕਾਲ ਕੋ ਬਿਨ ਗੁਰ ਕਾਲ ਅਫਾਰ। ਸਿਰਫ ਇੱਕ ਗੁਰੂ ਨੂੰ ਆਜ਼ਾਦ ਕੀਤਾ, ਬਾਕੀਆਂ ਨੂੰ ਆਪਦੇ ਵੱਸ ਵਿੱਚ ਕਰਕੇ ਔਰ ਇਹਨਾਂ ਨੂੰ ਬੰਨ੍ਹ ਲਿਆ। ਬੱਧਾ ਕਿਸ ਨਾਲ? ਦੁਆਇਤ ਨਾਲ, ਦੁਬਦਾ ਨਾਲ। ਮਹਾਰਾਜ ਗੁਰਬਾਣੀ ਫਰਮਾ ਰਹੇ ਨੇ, ਸਭ ਜਗ ਕਾਲੇ ਵਸੈ ਬੰਧਾ ਦੂਜੇ ਪਾਏ। ਤੇ ਕਾਲ ਨੇ ਆਪਦੇ ਇਹਨਾਂ ਸਰਦਾਰਾਂ ਨੂੰ ਹੁਕਮ ਦੇ ਦਿੱਤਾ, ਇਹ ਚੋਰ ਨੇ, ਇਹ ਆਪਣੀ ਮਰਜ਼ੀ ਨਾਲ ਆਪਣੇ ਦੇਸ਼ ਵਿੱਚ ਪ੍ਰਵੇਸ਼ ਹੋਏ ਨੇ, ਇਹਨਾਂ ਨੂੰ ਬੰਦੀਖਾਨੇ ਵਿੱਚ ਬੰਦ ਕਰ ਦਿਓ। ਉਹ ਕਿਹੋ ਜਿਹਾ ਬੰਦੀਖਾਨਾ ਹੈ ਜਿੱਥੇ ਹੁਕਮ ਹੋ ਗਿਆ ਇਹਨੂੰ ਬੰਦ ਕਰਨ ਦਾ ਸਾਡੇ ਮਨ ਨੂੰ? ਉਹ ਹੁਕਮ ਦੇ ਦਿੱਤਾ ਕਿ ਭਾਵ ਸਾਗਰ ਵਿੱਚ ਬੰਦ ਕਰ ਦਿਓ, ਨਾ ਬੇੜੀ, ਨਾ ਤੁਲਾ ਤੇ ਨਾ ਵੰਜ, ਉਹ ਕਿਸੇ ਕਿਸਮ ਦਾ ਆਸਰਾ ਨਾ ਰਹਿਣ ਦਿਓ ਜਿੱਥੋਂ ਇਹ ਨਿਕਲ ਸਕੇ। ਐਸੀ ਅਵਸਥਾ ਵਿੱਚ ਜਿੱਥੇ ਬੱਧਾ ਹੈ, ਜਿੱਥੇ ਇਹ ਬੰਦੀਖਾਨੇ ਬੰਦ ਕੀਤਾ ਗਿਆ ਸਾਡੇ ਮਨ ਨੂੰ, ਉਸ ਗੁਰਬਾਣੀ ਦੁਆਰਾ ਇਲਾਕੇ ਦੇ ਪਾਰੋਂ ਦੱਸ ਰਹੇ ਨੇ, ਫਰਮਾ ਰਹੇ ਨੇ, ਭਉਜਲ ਬੇਖਮ ਡਰਾਉਣ ਨੂੰ, ਨਾ ਕੰਧੀ ਨਾ ਪਾਰ, ਨਾ ਬੇੜੀ ਨਾ ਤੁਲਾ, ਨਾ ਵੰਜ ਨਾ ਮਲਾਰ। ਐਸੀ ਅਵਸਥਾ ਵਿੱਚ ਮਨ ਨੂੰ ਬੰਦ ਕਰਨ ਤੋਂ ਬਾਅਦ ਹੁਕਮ ਦੇ ਦਿੱਤਾ ਕਿ ਇਹ ਨਿਗਲ ਨਾ ਜਾਏ। ਚਾਰ ਚੁਫੇਰੇ ਇਹਨਾਂ ਦੇ ਜ਼ਹਿਰ ਫੈਲਾ ਦਿਓ। ਤੇ ਇਹਨਾਂ ਪੰਜਾਂ ਦੂਤਾਂ ਕਹਿਤਾ ਸਰਪ ਰੂਪ ਬਣ ਕੇ ਇਹਨਾਂ ਦੇ ਅੰਦਰ ਜ਼ਹਿਰ ਦੇਣਾ ਸ਼ੁਰੂ ਕਰੋ, ਤਾਂ ਕਿ ਇਹਨਾਂ ਦੀ ਸੁੱਧ ਬਦ ਮਾਰੀ ਜਾਏ। ਇੰਨਾ ਜ਼ਹਿਰ ਫੈਲਾ ਦਿਓ ਕਿ ਅੱਖਾਂ ਤੋਂ ਅੰਨੇ ਹੋ ਜਾਣ ਤੇ ਕੰਨਾਂ ਤੋਂ ਬੋਲੇ ਹੋ ਜਾਣ। ਆਪਦੇ ਪਿਤਾ ਨੂੰ ਸਾਹਮਣੇ ਹੁੰਦਿਆਂ ਹੋਈ ਨਾ ਪਛਾਣ ਸਕਣ, ਕੰਨਾਂ ਹੁੰਦਿਆਂ ਉਸੇ ਆਵਾਜ਼ ਨਾ ਪਛਾਣ ਸਕਣ। ਐਸੀ ਅਵਸਥਾ ਵਿੱਚ ਇਸ ਤ੍ਰੈਗੁਣੀ ਮਾਇਆ ਨੂੰ ਸਰਪਣੀ ਬਣਾ ਦਿੱਤਾ ਹੈ। ਸਾਰੇ ਸੰਸਾਰ ਨੂੰ, ਸਾਰੇ ਜੱਗ ਨੂੰ ਇਸਨੇ ਆਪਦੇ ਘੇਰੇ ਵਿੱਚ ਲੈ ਲਿਆ। ਜਿਸ ਨੂੰ ਮਹਾਰਾਜ ਗੁਰਬਾਣੀ ਫਰਮਾ ਰਹੇ ਨੇ, ਮਾਇਆ ਭਿਹੰਗਮ ਸਰਪ ਹੈ ਜਗ ਘੇਰਿਆ ਬਿਖਮਾ ਹੈ। ਸਾਰੇ ਸੰਸਾਰ ਨੂੰ ਇਹਨੇ ਆਪਦੇ ਜ਼ਹਿਰ ਵਿੱਚ ਘੇਰ ਲਿਆ। ਜਿਉਂ ਹੀ ਇਹਨਾਂ ਦੇ ਅੰਦਰ ਜ਼ਹਿਰ ਜਾਣ ਲੱਗਾ, ਇਹ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਹੋ ਗਏ। ਇੰਨਾ ਜਿਸ ਨੂੰ ਆਪਾਂ ਦੇਖਦੇ ਹਾਂ, ਕਿਸੇ ਨੂੰ ਜ਼ਹਿਰ ਚੜ੍ਹ ਜਾਏ, ਇੰਨਾ ਜ਼ਹਿਰ ਦਾ ਅਸਰ ਤਪਸ਼ ਵੱਧ ਜਾਂਦੀ ਸਿਰ ਦੇ ਵਿੱਚ, ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ, ਕੰਨਾਂ ਤੋਂ ਆਪ ਮੁਹਾਰਾ ਮਨ ਬੋਲਣਾ ਸ਼ੁਰੂ ਕਰ ਦਿੰਦਾ। ਉਹ ਅਵਸਥਾ ਇਹਨਾਂ ਦੀ ਹੋ ਗਈ। ਮਹਾਰਾਜ ਗੁਰਬਾਣੀ ਦੱਸ ਰਹੇ ਨੇ, ਮਨਮੁਖ ਬੋਲੇ ਅੰਧਲੇ ਤਿੰਨ ਮੈਂ ਅਗਨੀਵਾਸ। ਇੰਨਾ ਜ਼ਹਿਰ ਚੜ੍ਹਿਆ, ਇਹ ਅੱਖਾਂ ਹੁੰਦਿਆਂ ਅੰਨੇ ਹੋ ਗਏ, ਕੰਨ ਹੁੰਦਿਆਂ ਬੋਲੇ ਹੋ ਗਏ ਤੇ ਆਮ ਮੁਹਾਰੇ ਬੋਲਣ ਲੱਗੇ। ਨਾਮ ਤੋਂ ਦੂਰ ਜਾਣ ਕਰਕੇ ਇਹਨਾਂ ਨੂੰ ਕਮਲਿਆਂ ਕਰ ਦਿੱਤਾ। ਜਿਸ ਨੂੰ ਮਹਾਰਾਜ ਗੁਰਬਾਣੀ ਦੱਸ ਨੇ, ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਐਸੀ ਅਵਸਥਾ ਵਿੱਚ ਜਦੋਂ ਕਮਲੇ ਕਰ ਦਿੱਤੇ ਗਏ, ਸੁੱਧ ਬੁੱਧ ਮਾਰੀ ਗਈ, ਤੇ ਫਿਰ ਕਾਲ ਨੇ ਹੁਕਮ ਦੇ ਦਿੱਤਾ, ਅਜੇ ਵੀ ਇਹਨਾਂ ਦਾ ਕਿਸੇ ਦਾ ਜ਼ਹਿਰ ਨਾ ਉਤਰ ਜਾਏ, ਨਿਗਲਣ ਦੀ ਕੋਸ਼ਿਸ਼ ਨਾ ਕਰਨ, ਇਹਨਾਂ ਉੱਪਰ ਜਾਲ ਵਿਛਾ ਦਿਓ। ਕਾਲ ਦੇ ਕੋਲ ਇੱਕ ਜਾਲ ਹੈ, ਉਹਨੇ ਕਿੱਥੇ ਕਿੱਥੇ ਸਾਡੇ ਸਿਰ ਉੱਪਰ ਪਾਇਆ। ਗੁਰਬਾਣੀ ਵਿੱਚ ਹੁਣ ਦੱਸ ਰਹੇ ਨੇ, ਕਾਲ ਜਾਲ ਜੀਭ ਅਰਨੈਣੀ, ਕੰਨੀ ਕਾਲ ਸੁਣੇ ਬਿਖ ਬਹਿਣੀ। ਕਾਲ ਜਿਹੜਾ ਹੈ ਸਾਡੇ ਸਿਰ ਦੇ ਉੱਪਰ ਵਿਛਾ ਦਿੱਤਾ ਗਿਆ, ਗਿਆਨ ਇੰਦਰੀਆਂ ਉੱਪਰ, ਤੇ ਨਾਲ ਹੀ ਕਹਿ ਦਿੱਤਾ ਗਿਆ ਵੀ ਇਹ ਜਾਲ ਦੇ ਵਿੱਚੋਂ ਵੀ ਨਿਕਲ ਨਾ ਜਾਣ। ਇਸ ਕਰਕੇ ਇਹਨਾਂ ਦੇ ਗਲ ਵਿੱਚ ਫਾਈ ਪਾ ਦਿਓ, ਪੈਰਾਂ ਦੇ ਬੇੜੀਆਂ ਪਾ ਦਿਓ। ਤਾਂ ਮੋਹ ਦੀ ਸਾਡੇ ਗਲਾਂ ਦੇ ਵਿੱਚ ਮਨ ਦੇ ਫਾਈ ਪਾਈ ਗਈ, ਲੋਭ ਦੀਆਂ ਬੇੜੀਆਂ ਪਾਈਆਂ ਗਈਆਂ, ਤੇ ਨਾਲ ਹੀ ਹੁਕਮ ਦੇ ਦਿੱਤਾ ਇਹਨਾਂ ਸਰਦਾਰਾਂ ਨੂੰ ਵੀ ਹੁਣ ਇਹਨਾਂ ਨੂੰ ਵਿਹਲਿਆਂ ਨਹੀਂ ਛੱਡਣਾ। ਜੇ ਵਿਹਲੇ ਰਹਿਣਗੇ, ਆਪਸ ਵਿੱਚ ਕੋਈ ਵਿਚਾਰ ਨਾ ਕਰ ਲੈਣ, ਇਸ ਕਰਕੇ ਇਹਨਾਂ ਤੋਂ ਵੰਗਾਰ ਸ਼ੁਰੂ ਕਰੋ। ਇਹ ਨਾਲੇ ਤਾਂ ਕਮਲੇ ਕਰ ਦਿੱਤੇ ਗਏ, ਨਾਲੇ ਨੇ ਸੁੱਧ ਬੁੱਧ ਮਾਰ ਦਿੱਤੀ ਗਈ। ਕਾਲ ਦਾ ਜਾਲ ਫਾਈ ਤੇ ਬੇੜੀਆਂ ਪਾ ਕੇ ਇਹਨਾਂ ਤੋਂ ਵੰਗਾਰ ਲੈਣੀ ਸ਼ੁਰੂ ਕਰਨ ਲੱਗੇ। ਕਿਸੇ ਨੂੰ ਖੇਤੀ ਕਰਨ 'ਤੇ ਲਾ ਲਿਆ, ਕਿਸੇ ਨੂੰ ਦੁਕਾਨ 'ਤੇ ਬਿਠਾ ਲਿਆ, ਕਿਸੇ ਨੂੰ ਨੌਕਰੀ ਕਰਨ 'ਤੇ ਲਾ ਲਿਆ, ਕਿਸੇ ਨੂੰ ਦਿਹਾੜੀ ਕਰਨ 'ਤੇ ਲਾ ਲਿਆ, ਕਿਸੇ ਨੂੰ ਹੋਰ ਬਿਜ਼ਨਸ 'ਤੇ, ਆਪੋ ਆਪਦੇ ਕਰਮਾਂ 'ਤੇ ਇਹਨਾਂ ਨੂੰ ਲਾ ਦਿੱਤਾ ਗਿਆ। ਲਾਉਣ ਤੋਂ ਬਾਅਦ ਆਖਣ ਲੱਗੇ, ਇਹਨਾਂ ਦਾ ਜਿਹੜਾ ਖੇਡ ਹੈ ਇਹ ਕਿਤੇ ਬੈਠ ਕੇ ਵਿਚਾਰ ਵਟਾਂਦਰਾ ਨਾ ਕਰ ਲੈਣ, ਕਿਉਂਕਿ ਜਿਹੜੇ ਦੇਸ਼ ਵਿੱਚ ਆਪ ਆ ਚੁੱਕੇ ਹਾਂ, ਇਹ ਵਿਚਾਰਾਂ ਦਾ ਦੇਸ਼ ਹੈ, ਫੁਰਨਿਆਂ ਦੇ ਦੇਸ਼। ਇੱਥੇ ਵਿਚਾਰਾਂ ਦਾ ਰਿਸ਼ਤਾ ਹੈ। ਜਿਵੇਂ ਪਿਓ ਪੁੱਤ ਦੇ ਵਿਚਾਰ ਮਿਲ ਗਏ ਤੇ ਰਿਸ਼ਤਾ ਹੈ, ਭਰਾ ਭਰਾ ਦੇ, ਔਰਤ ਮਰਦ ਸੰਗੀਆਂ ਸਾਥੀਆਂ ਦੇ ਵਿਚਾਰ ਮਿਲ ਗਏ ਤੇ ਰਿਸ਼ਤਾ ਹੈ। ਲੇਕਿਨ ਹੁਕਮ ਦਿੱਤਾ ਗਿਆ ਵੀ ਇਹਨਾਂ ਨੂੰ ਧੜਿਆਂ 'ਚ ਵੰਡ ਦਿਓ, ਕਿਤੇ ਬੈਠ ਕੇ ਵਿਚਾਰ ਨਾ ਕਰ ਲੈਣ, ਇੱਥੋਂ ਨਿਕਲ ਦੀ ਸਲਾਹ ਨਾ ਕਰ ਲੈਣ। ਤੇ ਸਾਨੂੰ ਫਿਰ ਜੀਵਨ ਦੇ ਮਨਾਂ ਨੂੰ ਇਹ ਧੜਿਆਂ ਵਿੱਚ ਵੰਡਣ ਲੱਗੇ।
ਧੜਿਆਂ ਵਿੱਚ ਵੰਡਣ ਦਾ ਤਰੀਕਾ ਕੀ ਵਰਤਣ ਲੱਗੇ? ਵਿਚਾਰਾਂ ਦਾ ਟਕਰਾਅ ਕਰਾਉਣ ਲੱਗੇ। ਜਦੋਂ ਵਿਚਾਰਾਂ ਦਾ ਟਕਰਾਅ ਹੋਇਆ, ਮਨ ਵਿੱਚ ਕਲੇਸ਼, ਤਨ ਵਿੱਚ ਕਲੇਸ਼, ਪਰਿਵਾਰ ਅਤੇ ਸਮਾਜ ਵਿੱਚ ਕਲੇਸ਼ ਸ਼ੁਰੂ ਕਰ ਦਿੱਤੇ। ਐਸੀ ਅਵਸਥਾ ਵਿੱਚ ਮਹਾਰਾਜ ਅੰਦਰ ਨੇ ਇਹਨਾਂ ਅੰਦਰ ਬੈਠਿਆਂ ਨੇ ਹਰ ਇੱਕ ਮਨ ਦੇ ਨਾਲ ਪਿਆਰ ਪਾ ਕੇ ਦੂਤਾਂ ਨੇ ਧੜਿਆਂ ਵਿੱਚ ਵੰਡ ਦਿੱਤਾ। ਪਿਓ ਪੁੱਤ ਦਾ ਧੜਾ ਬਣਾ ਤਾ, ਭਰਾ ਭਰਾ ਦਾ ਧੜਾ ਬਣਾ ਤਾ, ਸਹੁਰੇ ਜਵਾਈ ਦਾ ਧੜਾ ਬਣਾ ਤਾ, ਸਮਾਜਿਕ ਧਾਰਮਿਕ ਸਭ ਧੜਿਆਂ 'ਚ ਵੰਡ ਦਿੱਤੇ ਗਏ। ਜਿਸ ਨੂੰ ਗੁਰਬਾਣੀ ਵਿੱਚ ਫਰਮਾ ਰਹੇ ਨੇ, ਕਾਲਯੁਗ ਮੇਂ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਅਭਿਮਾਨ ਉਦਾਏ। ਅਤੇ ਆਪਾਂ ਹੁਣ ਕਿਸ ਨਾਲ ਧੜਾ ਬਣਾਉਣਾ ਹੈ? ਉਸ ਹਰੀ ਨਾਲ, ਉਸ ਸੱਚ ਨਾਲ, ਜਿਸ ਨੂੰ ਮਹਾਰਾਜ ਅੰਦਰ ਨੇ ਹਮਰਾ ਹਰ ਧੜਾ ਜਿਹਨੇ ਸਭ ਧੜੇ ਗਵਾਏ। ਐਸੀ ਅਵਸਥਾ ਵਿੱਚ ਇਹਨੂੰ ਜਦੋਂ ਧੜਿਆਂ 'ਚ ਵੰਡ ਦਿੱਤਾ ਗਿਆ, ਓਂਕਾਰ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇਸ ਜਿਹੜੇ ਜਿੰਨੇ ਵੀ ਮਨ ਆਏ ਬੰਦੀ ਖਾਨੇ ਦੇਖ ਕੇ ਅਕਾਲ ਪੁਰਖ ਨੇ ਹੁਕਮ ਦਿੱਤਾ ਆਪਦੇ ਨੌਕਰਾਂ ਨੂੰ। ਨੌਕਰ ਸਾਡਾ ਮਨ ਉਦੋਂ ਬਣਦਾ ਹੈ ਜਦੋਂ ਤ੍ਰੈ ਗੁਣਾਂ ਤੋਂ ਅਤੀਤ ਹੋ ਕੇ ਸਾਡੀ ਬੁੱਧ ਵਿਵੇਕ ਹੋ ਜਾਂਦੀ ਹੈ, ਚੌਥੇ ਪਦ ਵਿੱਚ ਚਲੇ ਜਾਂਦੇ ਹਾਂ, ਸਹਿਜ ਵਿੱਚ ਚਲੇ ਜਾਂਦੇ ਹਾਂ, ਜਿੱਥੇ ਮਾਲਕ ਆ ਵਸਦਾ ਜੋ ਸਾਡਾ ਸੁਣਨ ਹੈ ਘਰ, ਉੱਥੇ ਜੋ ਚਲੇ ਜਾਂਦੇ ਹਾਂ, ਸਾਡੇ ਮਨ ਨੂੰ ਉੱਥੇ ਨੌਕਰ ਕਿਹਾ ਗਿਆ, ਚਾਕਰ ਕਿਹਾ ਗਿਆ, ਗੋਲਾ ਕਿਹਾ ਗਿਆ। ਮਹਾਰਾਜ ਕਹਿੰਦੇ ਨੇ, ਚਾਕਰ ਤੇਰਾ ਸੋਈ ਹੋ ਜੋ ਸਹਿਜ ਰਿਹਾ ਸਮਾਏ। ਉਹ ਆਖਣ ਲੱਗੇ ਨੌਕਰਾਂ ਨੂੰ ਵੀ ਤੁਸੀਂ ਇਹਨਾਂ ਬੱਚਿਆਂ ਵਾਸਤੇ ਉਸ ਬੰਦੀ ਖਾਨੇ ਵਿੱਚ ਇਹਨਾਂ ਦੀ ਖੁਰਾਕ ਭੇਜੋ। ਸਾਡੇ ਖੁਰਾਕ ਭੇਜਣ ਲੱਗੇ ਮਨਾਂ ਦੇ ਅੰਮ੍ਰਿਤ ਰਸ, ਹਰ ਰਸ। ਜਿਉਂ ਹੀ ਭੇਜਣ ਲੱਗੇ, ਕਾਲ ਨੇ ਇਹਨਾਂ ਦੂਤਾਂ ਨੂੰ ਹੁਕਮ ਦੇ ਦਿੱਤਾ ਕਿ ਇਹ ਜਿਹੜਾ ਅੰਮ੍ਰਿਤ ਇਹਨਾਂ ਨੂੰ ਆ ਰਿਹਾ, ਇਹਨਾਂ ਦੀ ਖੁਰਾਕ ਇਹ ਰਸਤੇ ਚੋਰੀ ਕਰ ਲਓ। ਇਹ ਚੋਰ ਨੇ, ਇਹਨਾਂ ਨੂੰ ਭੁੱਖਿਆਂ ਰੱਖਣਾ, ਇਹਨਾਂ ਤੱਕ ਖੁਰਾਕ ਨਹੀਂ ਪਹੁੰਚਣ ਦੇਣੀ। ਉਹ ਸਾਡੇ ਇਹ ਅੰਦਰ ਬੈਠੇ ਚੋਰ ਇਹ ਖੁਰਾਕ ਚੋਰੀ ਕਰਨ ਲੱਗੇ। ਜਿਸ ਨਾਲ ਨੂੰ ਮਹਾਰਾਜ ਗੁਰਬਾਣੀ ਦੱਸੇ ਨੇ, ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁਝੇ, ਕੋਈ ਨਾ ਸੁਣੇ ਪੁਕਾਰਾ। ਫਿਰ ਇਹ ਸਿਰਫ ਸਲਾਹ ਦਾ ਕੱਪੜਾ ਭੇਜਣ ਲੱਗੇ। ਹੁਕਮ ਹੋ ਗਿਆ ਇਹ ਚੋਰ ਨੇ ਕੱਪੜਾ ਨਹੀਂ ਪਹੁੰਚਣ ਦੇਣਾ ਇਹਨਾਂ ਤੱਕ, ਇਹਨਾਂ ਨੂੰ ਨੰਗਿਆ ਰੱਖਣਾ। ਔਰ ਜੋ ਸਾਡੇ ਮਨਾਂ ਦੇ ਵਿੱਚ ਫਾਈ ਅਤੇ ਬੇੜੀਆਂ ਪਾਈਆਂ, ਇਹਨਾਂ ਦਾ ਇਲਾਜ ਨਹੀਂ ਕਰਾਉਣਾ, ਇਹਨਾਂ ਕੋਲ ਚੱਲਣ ਦਿਓ। ਐਸੀ ਅਵਸਥਾ ਵਿੱਚ ਸਾਰਿਆਂ ਦੇ ਜਦੋਂ ਦੁਖੀ ਹੋ ਗਏ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਫਰੋਲਣ ਲੱਗੇ। ਇੱਕ ਦੂਸਰੇ ਨੂੰ ਦੁੱਖ ਦੱਸਦਾ ਤਾਂ ਆਪਣਾ ਪਹਿਲੋਂ ਦੁੱਖ ਦੱਸਣਾ ਸ਼ੁਰੂ ਕਰ ਦਿੰਦਾ। ਮਹਾਰਾਜ ਫਰਮਾ ਰਹੇ ਨੇ, ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਜਿਸ ਨੂੰ ਆਪਦਾ ਦੁੱਖ ਦੱਸਣ ਲੱਗਦੇ, ਦੂਸਰਾ ਪਹਿਲੋਂ ਹੀ ਦੁੱਖ ਦੱਸਣਾ ਸ਼ੁਰੂ ਕਰ ਦਿੰਦਾ। ਹੁਣ ਇਹ ਜਿਹੜਾ ਸੰਸਾਰ ਦੇ ਵਿੱਚ ਆਪਦੇ ਦੇਸ਼ ਵਿੱਚੋਂ, ਆਪਦੇ ਮਾਲਕ ਦੇ ਵਿੱਚੋਂ, ਘਰ ਦੇ ਵਿੱਚੋਂ ਜਦੋਂ ਇਸ ਇਲਾਕੇ ਵਿੱਚ ਆਏ, ਇਹ ਪ੍ਰਦੇਸ਼ ਇਸ ਨੂੰ ਗੁਰਬਾਣੀ ਵਿੱਚ ਕਿਹਾ ਗਿਆ। ਜਿਹੜਾ ਮਾਤਾ ਪਿਤਾ ਦੇ ਗੋਦ ਵਿੱਚ ਬੱਚੇ ਨੂੰ ਸੁੱਖ ਮਿਲਦਾ ਹੈ, ਉਹ ਪ੍ਰਦੇਸ਼ ਵਿੱਚ ਨਹੀਂ ਮਿਲਦਾ। ਅਤੇ ਸੁੱਖ ਮਾਤਾ ਪਿਤਾ ਦੀ ਪਰ ਉਹ ਦੱਸਣ ਲੱਗੇ, ਮਾਤ ਪਿਤਾ ਕੰਠ ਲਾਏ ਰਾਖੇ, ਸਹਿਜ ਆਨੰਦ ਤਬ ਖੇਲੇ। ਪਰ ਹੁਣ ਪ੍ਰਦੇਸ਼ ਵਿੱਚ ਆ ਚੁੱਕਾ ਹੈ। ਪ੍ਰਦੇਸ਼ ਵਿੱਚ ਇਹ ਪਰਵਾਨਾ ਘਰ ਭੁੱਲ ਕੇ ਆਇਆ ਅਤੇ ਇੱਕ ਦੂਸਰੇ ਨੂੰ ਦੁੱਖ ਦੱਸ ਰਿਹਾ। ਇੱਥੇ ਦੁੱਖਾਂ ਦੀ ਕੌਣ ਗੱਲ ਸੁਣੇ? ਅਤੇ ਕੀ ਕਹਿਣ ਲੱਗੇ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੇ ਖੋਲੂੰ ਗਠੜੀ ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੇ ਬਿਤ ਮੇਰੀਆ। ਇਸੇ ਤਰ੍ਹਾਂ ਸਮਾਂ ਆ ਜਾਂਦਾ, ਦਿੱਤਾ ਸਮਾਂ ਤੇ ਸਵਾਸਾਂ ਧਨ ਜਦੋਂ ਖਤਮ ਹੁੰਦਾ, ਇਸੇ ਤਰ੍ਹਾਂ ਨੰਗਿਆਂ ਨੂੰ, ਭੁੱਖਿਆਂ ਨੂੰ, ਕੋਹੜੀਆਂ ਨੂੰ ਜਾ ਕੇ ਪੇਸ਼ ਕਰ ਦਿੰਦੇ। ਪੇਸ਼ ਕਰਕੇ ਫਿਰ ਲਿਆ ਕੇ ਬੰਦੀ ਖਾਨੇ ਬੰਦ ਕਰ ਦਿੰਦੇ। ਅਤੇ ਕੀ ਅਵਸਥਾ ਬਣ ਗਈ? ਉਹਦੇ ਆਉਣ ਜਾਣੇ ਖੜੇ ਡਰਾਉਣੇ, ਟੋਟ ਨਾ ਆਵੇ ਫੇਰ ਗਿਆ। ਇਸੇ ਤਰ੍ਹਾਂ ਇਹ ਕਿਉਂ ਹਾਲਤ ਬਣ ਗਈ? ਸਿਰਫ ਉਹ ਨਾ ਪਰਵਾਨਾ ਕਰਕੇ, ਨਾਮ ਨਾ ਹੋਣ ਕਰਕੇ ਇਹਨਾਂ ਦੀ ਅਵਸਥਾ ਬਣ ਗਈ। ਮਹਾਰਾਜ ਨੇ ਨਾਮ ਵੀ ਹੋਣੇ ਊਣੇ ਚੂਣੇ, ਨਾ ਗੁਰ ਸ਼ਬਦ ਸੁਨਾਇਆ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰ ਆਇਆ। ਐਸੀ ਅਵਸਥਾ ਇਹਨਾਂ ਦੀ ਇਸ ਸੰਸਾਰ ਵਿੱਚ ਹੁਣ ਹੋ ਗਈ। ਹੁਣ ਅਕਾਲ ਪੁਰਖ ਨੇ ਸੋਚਿਆ ਵੀ ਇਹਨਾਂ ਦੇ ਕੋਲ ਕੋਈ ਸੰਦੇਸ਼ਾ ਭੇਜਿਆ ਜਾਏ, ਕਿਸ ਤਰ੍ਹਾਂ ਇਹਨਾਂ ਦਾ ਜ਼ਹਿਰ ਲੱਥੇ, ਕਿਸ ਇਹਨਾਂ ਨੂੰ ਸੋਝੀ ਆਵੇ ਕਿ ਯਾਦਦਾਸ਼ਤ ਨੇ ਵਾਪਸ ਆਵੇ, ਇਹ ਪ੍ਰਦੇਸ਼ ਵਿੱਚੋਂ ਆਪਦੇ ਘਰ ਵਾਪਸ ਪਰਤਣ ਦੀ ਸੋਚਣ। ਇਸ ਕਰਕੇ ਇਹਨਾਂ ਨੂੰ ਹੁਣ ਸੰਦੇਸ਼ਾ ਭੇਜਣ ਵਾਸਤੇ ਅਕਾਲ ਪੁਰਖ ਨੇ ਆਪਦਾ ਨੌਕਰ, ਜਦੋਂ ਸਾਡਾ ਮਨ ਸਹਿਜ ਘਰ ਵਿੱਚ ਹੁੰਦਾ ਉਸ ਨੂੰ ਚਾਕਰ ਗੋਲਾ ਵੀ ਕਿਹਾ ਜਾਂਦਾ। ਜਦੋਂ ਉਹ ਆਕਾਰ ਵੀ ਭੇਜਦੇ ਨੇ, ਉਹਨੂੰ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ ਅਤੇ ਗੁਰਮੁਖਾਂ ਦਾ ਨਾਂ ਦਿੱਤਾ ਗਿਆ। ਉਹਨਾਂ ਨੇ ਆਪਦੇ ਚਾਕਰ ਨੂੰ ਸੱਦਿਆ ਸੰਦੇਸ਼ਾ ਦੇਣ ਵਾਸਤੇ। ਉਸੇ ਤਰ੍ਹਾਂ ਹੀ ਕਾਇਆ ਤਿਆਰ ਕਰਵਾਈ, ਵਿੱਚ ਮਹਿਲ ਅਤੇ ਮੰਦਰ ਤਿਆਰ ਕਰਵਾਇਆ। ਉਸੇ ਤਰ੍ਹਾਂ ਹੀ ਘਰ ਤਿਆਰ ਕਰਵਾਇਆ, ਜੋਤ ਰੱਖੀ ਅਤੇ ਮਨ ਨੂੰ ਉੱਥੇ ਫਿਰ ਸੱਦ ਲਿਆ ਸੰਦੇਸ਼ਾ ਭੇਜਣ ਵਾਸਤੇ। ਇੱਥੇ ਕਿਸ ਤਰ੍ਹਾਂ ਹੁਣ ਤਿਆਰ ਕੀਤਾ ਹੈ ਕਾਇਆ?
ਮਹਾਰਾਜਾਂ ਨੇ ਕਾਇਆ ਮਹਿਲ ਮੰਦਰ ਕਰ ਹਰ ਕਾ, ਤਿਸ ਵਿੱਚ ਰੱਖੀ ਜੋਤ ਅਪਾਰ, ਨਾਨਕ ਗੁਰਮੁਖ ਮਹਿਲ ਬੁਲਾਈਏ, ਹਰ ਮੇਲੇ ਮੇਲਣ ਹਾਰ। ਜਿਉਂ ਹੀ ਮਹਿਲ ਦੇ ਵਿੱਚ ਸੱਦਿਆ ਇਹਨੂੰ, ਇਹ ਗਿਆ ਹੈ ਮਹਿਲ ਦੇ ਵਿੱਚ। ਜੋ ਗਿਆ ਹੈ, ਕਿਵੇਂ ਅਨਹਦ ਸ਼ਬਦ ਵੱਜਣ ਲੱਗੇ, ਕਿਵੇਂ ਖੁਸ਼ੀ ਹੋਣ ਲੱਗੀ। ਮਹਾਰਾਜਾ ਨੇ ਗੁਰਮੁਖ ਜਾਏ ਮਿਲੇ ਨਿਜ ਮਹਿਲੀ, ਅਨਹਦ ਸ਼ਬਦ ਵਜਾਵੇ ਗੋ, ਜੀ ਜਨ ਸਾਹਿਬ ਸਿਸ਼ਟ ਅਪਾਈ, ਗੁਰਮੁਖ ਸ਼ੋਭਾ ਪਾਵੇ ਗੋ, ਬਿਨ ਗੁਰ ਭੇਟੇ ਮਹਿਲ ਨਾ ਪਾਵੇ, ਆਏ ਜਾਏ ਦੁੱਖ ਪਾਵੇ ਗੋ। ਇਹਨਾਂ ਨੂੰ ਮਹਿਲ ਵਿੱਚ ਸੱਦ ਕੇ ਗੁਰਮੁਖਾਂ ਦਾ ਖਿਤਾਬ ਦਿੱਤਾ, ਜਨਾਇਆ, ਸਾਰਾ ਭੇਦ ਦਿੱਤਾ। ਅਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਕਿਸੇ ਦਾ ਇੱਜ਼ਤ-ਮਾਨ ਕਰਨ ਵਾਸਤੇ ਆਪਾਂ ਉਹਨੂੰ ਆਜ ਭਗਤ ਕਰਨ ਵਾਸਤੇ ਇਹ ਦਿੰਦੇ ਹਾਂ, ਨਵਾਜਦੇ ਹਾਂ। ਇਸੇ ਤਰ੍ਹਾਂ ਇਹਨਾਂ ਨੂੰ ਨਵਾਜਿਆ ਗਿਆ ਇਹ ਮਹਿਲ ਵਿੱਚ। ਉਹਨੇ ਜਿਸੇ ਨਵਾਜੇ ਗੁਰਮੁਖ ਸਾਜੇ, ਨਾਮ ਵਸੇ ਤਿਸ ਅਨਹਦ ਵਾਜੇ, ਤੈਸੀ ਸੁਖ ਤੈਸੀ ਠਕਰਾਈ, ਤਿਸ ਨਾ ਆਵੇ ਜਮ ਨੇੜਾ ਹੈ। ਇਸ ਤਰੀਕੇ ਨਾਲ ਇਹਨਾਂ ਨੂੰ ਨਵਾਜ ਕੇ ਥਾਪਿਆ ਕਿ ਉਸ ਇਲਾਕੇ ਵਿੱਚ ਇਹਨਾਂ ਦਾ ਕਾਲ ਨਾ ਕੋਈ ਵਿਗਾੜ ਸਕੇ, ਤ੍ਰੈ ਗੁਣਾਂ ਦੇ ਵਿੱਚ ਇਹਨਾਂ 'ਤੇ ਕੋਈ ਅਸਰ ਐਸਾ ਨਾ ਹੋ ਜਾਏ। ਇਸ ਕਰਕੇ ਇਹਨਾਂ ਨੂੰ ਸਮਝਾਉਣ ਲੱਗੇ ਵੀ ਅਸੀਂ ਖੇਲ ਤਿਆਰ ਕੀਤਾ ਸੀ, ਉਹਦੇ ਵਿੱਚ ਇਹ ਬਾਜੀ ਹਾਰਨ ਲੱਗੇ ਨੇ ਸਾਰੇ। ਉਹ ਕਿਹੜਾ ਖੇਲ ਸ਼ੁਰੂ ਕੀਤਾ ਹੈ? 2 ਕੱਪੜੇ ਤਿਆਰ ਕੀਤੇ ਸੀ, ਨਾਰੀ ਅਤੇ ਪੁਰਖ ਦਾ। ਇਹਨਾਂ ਦਾ ਸਾਰਾ ਪ੍ਰਬੰਧ ਖਾਣ ਪੀਣ ਦਾ ਕਰਕੇ ਖੇਲ ਪਰਵ ਸਮਝਾਇਆ, ਪਰ ਇਹ ਮਾਇਆ ਨਾਲ ਮਿਲ ਕੇ ਇਹ ਸਾਰਾ ਖੇਲ ਹਾਰਨ ਲੱਗੇ। ਜਿਸ ਨੂੰ ਮਹਾਰਾਜ ਗੁਰਬਾਣੀ ਦੱਸਨੇ, ਨਾਰੀ ਪੁਰਖ ਸਿਰਜਨ, ਬਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਦੇ ਜੀ ਹਦਾਰੋ, ਕੁਦਰਤ ਤਖਤ ਰਚਾਇਆ, ਸਚਨ ਬੇੜ ਨਹਾਰੋ। ਇੱਥੇ ਆਪ ਬੈਠ ਕੇ ਫਿਰ ਦੇਖਣ ਲੱਗਾ ਸਾਰੇ ਖੇਲ ਨੂੰ। ਜਦੋਂ ਇਹ ਨਿਜ ਮਹਿਲ ਦੇ ਵਿੱਚੋਂ ਇਸ ਘਰ ਨੂੰ ਭੇਜਿਆ ਜਾਂਦਾ, ਲੋਕ ਵਿੱਚ ਭੇਜਿਆ ਜਾਂਦਾ, ਇਹ ਸਾਰਾ ਜਿਹੜਾ ਸੀ ਪਿਛੋਕੜ ਭੁੱਲ ਜਾਂਦਾ। ਇਸ ਕਰਕੇ ਇੱਥੇ ਹੁਣ ਆਪਾਂ ਨੂੰ ਸਮਝਾਉਣ ਲੱਗੇ, ਇਹ ਬਾਜੀ ਹਾਰਨ ਲੱਗੇ। ਉਹਦੇ ਆਵਾ ਗਾਉਣ ਕਦੇ ਨਾ ਚੁੱਕੇ, ਬਿਖ ਮਾਇਆ ਮੋਹ ਪਿਆਰੋ, ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰੋ, ਖੋਟੇ ਖਰੇ ਸਭ ਪਰਖਿਆਨ, ਤਿਤ ਸੱਚੇ ਕੇ ਦਰਬਾਰਾ ਰਾਮ। ਜਦੋਂ ਦਰਬਾਰ ਦੇ ਵਿੱਚ ਇਹਨੂੰ ਸੱਦਿਆ ਜਾਂਦਾ, ਅੰਤ ਸਮੇਂ ਫੈਸਲਾ ਹੁੰਦਾ, ਇਹ ਬਾਜੀ ਹਾਰ ਜਾਂਦੇ। ਜਿਉਂ ਹੀ ਇਸ ਤਰ੍ਹਾਂ ਬਾਜੀ ਸਾਰੇ ਹਾਰਨ ਲੱਗੇ,